लुधियाना के दुगरी रोड स्थित कार्यालय में लोक इंसाफ पार्टी के नेता सनी ने प्रेस कॉन्फ्रेंस कर अकाली दल नेता व पूर्व विधायक वकील हरीश राय ढांडा को निशाने पर लेते हुए कई तरह के गंभीर इल्जाम लगाए हैं। कहा कि विधायक बैंस पर इल्जाम लगाने से पहले अपने ऊपर लगे इल्जामों को देखें। इस दौरान सनी कैंथ ने कहा, अकाली दल नेता हरीश राय ढांडा पर 420 रुपये ठगी करने के इल्जाम तहत बरनाला जिले में मामला दर्ज हुआ है। तो वहीं उन्होंने अलग अलग मुद्दों पर हरीश राय ढांडा को घेरा कि कहा कि ढांडा द्वारा एक फर्म के जरिए 20 लाख की ठगी की गई है, जिसको लेकर उन्होंने डॉक्यूमेंट पेश करते हुए अकाली दल की छवि पर भी सवाल खड़े किए। इस दौरान उन्होंने विधायक बैंस का बचाव करते हुए कहा कि महिला द्वारा रेप के इल्जामों में के तहत हरीश राय ढांडा उनको बदनाम कर रहे हैं, जो कतई बर्दाश्त नहीं किया जाएगा। और इसी दौरान उन्होंने कहा कि आने वाले समय में और भी बड़े खुलासे करेंगे। ਪਹਿਲਾਂ ਤਾਂ ਸਾਰੇ ਮੀਡੀਆ ਦੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੜੇ ਸ਼ਾਰਟ ਜਿਹੇ ਟਾਈਮ ਦੇ ਵਿੱਚ ਅੱਜ ਤੁਹਾਡਾ ਬੜਾ ਬਿਜ਼ੀ ਦਿਨ ਸੀਗਾ, ਤੁਸੀਂ ਸਮੇਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਸੋ ਦੋਸਤੋ, ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਬੜੇ ਅਹਿਮ ਖੁਲਾਸੇ, ਜਿਨ੍ਹਾਂ ਦੇ ਆਪਦੇ ਘਰ ਸ਼ੀਸ਼ੇ ਹੁੰਦੇ ਆ, ਦੂਸਰਿਆਂ ਦੇ ਪੱਥਰ ਮਾਰਦੇ ਫਿਰਦੇ ਆ ਉਹ ਲੋਕ। ਸੋ ਮਾਰਨੀਆਂ ਲੋਕਾਂ ਨਾਲ ਅਸੀਂ ਠੱਗੀਆਂ ਤੇ ਪੰਗੇ ਲੈਣੇ ਅਸੀਂ ਬੈਂਸ ਸਾਹਿਬ ਨਾਲ। ਸੋ ਇਹ ਗੱਲਾਂ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋ ਵੀ ਇੱਕ ਜਿਹੜੀ ਆ ਇਹਨਾਂ ਨੇ ਬਿਠਾਈ ਹੋਈ ਆ ਉੱਥੇ ਅਕਾਲੀ ਦਲ ਦੇ ਜਿਹੜੇ ਖੌਤੀ ਲੀਡਰ ਆ ਹਰੀਸ਼ ਰਾਏ ਢਾਂਡਾ ਜੀ ਹੋ ਗਏ ਆ, ਹੋਰ ਉਹਨਾਂ ਦੇ ਨਾਲ ਦੇ ਜਿਹੜੇ ਸੰਗੀ ਸਾਥੀ, ਜਿਨ੍ਹਾਂ ਵੱਲੋਂ ਇੱਕ ਉੱਥੇ ਨਕਲੀ ਜੀ ਉੱਥੇ ਬੀਬੀ ਬਿਠਾਈ ਆ, ਜਿਹੜੇ ਰੋਜ਼ ਉੱਥੇ ਬਹਿ ਕੇ ਪ੍ਰੈਸ ਕਾਨਫਰੰਸ ਕਰਦੀ, ਕਦੇ ਮੀਡੀਆ ਨੂੰ ਜਵਾਬ ਦੇਣਾ, ਮੇਰੇ ਨਾਲ ਇੱਦਾਂ ਹੋ ਗਿਆ, ਮੇਰੇ ਨਾਲ ਉੱਦਾਂ ਹੋਇਆ। ਸੋ ਲੋਕਾਂ ਨੂੰ ਉਹਦੇ ਬਾਰੇ ਬੜਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਐਕਚੁਅਲੀ ਸੱਚਾਈ ਕੀ ਸੀਗੀ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਲੋਕਾਂ ਨੂੰ ਭਰਮਾਉਣ ਦੀ, ਲੋਕਾਂ ਦੇ ਮਨ 'ਚ ਫਿੱਟ ਕਰਨ ਦੀ, ਕਿ ਤਾਂ ਕਿ ਲੋਕੀ ਸੋਚਣ ਲੱਗ ਜਾਣ ਹਾਂ ਵੀ ਵਾਕਈ ਜੋ ਇਹ ਬੀਬੀ ਕਹਿ ਰਹੀ ਹੈ ਉਹ ਵੀ ਵਾਕਈ ਸੱਚਾਈ ਆ। ਪਰ ਇਹ ਸਾਰਾ ਕੁਝ ਦੁੱਧ ਆ ਉਹਦੇ ਪਾਣੀ ਦਾ ਪਾਣੀ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆ ਗਿਆ ਵੀ ਇਹ ਐਕਚੁਅਲ 'ਚ ਹੋ ਕੀ ਰਿਹਾ, ਕਿੱਦਾਂ ਉੱਥੇ ਬੈਠੀ ਆ, ਕਿਵੇਂ ਉਹਨੂੰ ਫੰਡਿੰਗ ਹੋ ਰਹੀ ਆ, ਕਿਵੇਂ ਜਿਹੜੇ ਉਹਨੇ ਗੱਲਾਂ ਕੀਤੀਆਂ ਉਹਦੇ 'ਚ ਕਿੰਨੇ ਕੁ ਤੱਥ ਹੈਗੇ ਆ। ਹਾਈ ਕੋਰਟ ਦੇ ਵਿੱਚ ਇਹ ਲੋਕ ਗਏ ਸੀਗੇ, ਹਾਈ ਕੋਰਟ ਨੇ ਪਹਿਲਾਂ ਤਰੀਕ ਪਾਤੀ ਸੀ ਆਪਣੇ ਅਪ੍ਰੈਲ ਦੀ, ਹੁਣ ਮੈਨੂੰ ਲੱਗਦਾ ਪਾਤੀ ਜਾ ਕੇ ਅੱਗੇ ਦਸੰਬਰ ਦੀ। ਸੋ ਇਹ ਹਾਈ ਕੋਰਟ ਨੂੰ ਵੀ ਜਿਹੜੀ ਮਾਣਯੋਗ ਹਾਈ ਕੋਰਟ ਆ ਉਹਨੂੰ ਵੀ ਟਿੱਚ ਜਾਣਦੇ ਆ। ਹਾਈ ਕੋਰਟ ਵੀ ਇਹ ਆਪਣੇ ਆਪ ਨੂੰ ਇਹ ਜਿਹੜੇ ਹਰੀਸ਼ ਰਾਏ ਢਾਂਡਾ ਜੀ ਆ ਜਿਹੜੇ ਐਡਵੋਕੇਟ ਆ, ਇਹ ਆਪਦੇ ਨੂੰ ਸਮਝਦਾ ਵੀ ਮੈਂ ਮਾਣਯੋਗ ਹਾਈ ਕੋਰਟ ਤੋਂ ਵੀ ਮੈਂ ਬਹੁਤ ਉੱਤੇ ਆ। ਸੋ ਹਾਈ ਕੋਰਟ ਨੇ ਵੀ ਫਟਕਾਰ ਲਾ ਕੇ ਹੁਣ ਫਿਰ ਦਸੰਬਰ ਦੀ ਤਰੀਕ ਪਾਈ ਹੈ ਵੀ ਕਿਉਂਕਿ ਤੱਥ ਹੈ ਨਹੀਂ, ਕੋਈ ਗਰਾਊਂਡ ਨਹੀਂ। ਇਹਨਾਂ ਨੇ ਇੱਕ ਬਦਨਾਮ ਕਰਨ ਲਈ, ਕਿਉਂਕਿ ਆਪਦਾ ਇਹਨਾਂ ਦਾ ਕੋਈ ਪੱਧਰ ਜਿਹੜਾ ਬੇਸ ਜਿਹੜਾ ਪੋਲਿਟਿਕਸ ਦੇ ਵਿੱਚ ਕੋਈ ਰਿਹਾ ਨਹੀਂ, ਕੌਂਸਲਰ ਦੀ ਚੋਣ ਤੱਕ ਹਾਰ ਗਏ, ਪਹਿਲਾਂ ਪਾਰਲੀਮੈਂਟ ਸੈਕਟਰੀ ਹੁੰਦੇ ਸੀ। ਸੋ ਇਹਨਾਂ ਦੇ ਨਾਲ ਕੁਝ ਹੋਰ ਸਾਥੀ ਜਿਹੜੇ ਬੈਂਸ ਸਾਹਿਬ ਦੇ ਉਲਟ ਇਲੈਕਸ਼ਨ ਵੀ ਲੜੀ, ਜਿਨ੍ਹਾਂ ਨੇ ਐਮਐਲਏ ਦੀ, ਬੈਂਸ ਸਾਹਿਬ ਨੇ ਆਜ਼ਾਦ ਲੜੀ ਉਸ ਟਾਈਮ। ਸੋ ਲੋਕਾਂ ਨੂੰ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਤਾ ਵੀ ਤੁਹਾਡੇ ਪੱਲੇ ਵੀ ਕੁਝ ਨਹੀਂ ਆ। ਜਦ ਬੈਂਸ ਨੂੰ ਐਮਐਲਏ ਬਣਾਇਆ ਤੇ ਉਹਨਾਂ ਦੀ ਕਾਬਲੀਅਤ, ਉਹਨਾਂ ਨੇ ਲੋਕਾਂ ਦੇ ਕੀਤੇ ਕੰਮ, ਇਸ ਕਰਕੇ ਉਹਨਾਂ ਨੂੰ ਬਣਾਇਆ। ਸੋ ਲੋਕੋ ਇਹ ਬੜੀ ਹੁਣ ਜਿਹੜੇ ਹਰੀਸ਼ ਰਾਏ ਢਾਂਡਾ ਜੀ ਆ ਜਿਹੜੇ ਗੱਲਾਂ ਕਰਦੇ ਆ, ਚੌਥੇ ਕੁ ਦਿਨ ਇਹ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਹੁੰਦੀ ਹੈ, ਲਾਈਵ ਹੋਏ ਹੁੰਦੇ ਆ, ਬੈਂਸ ਸਾਹਿਬ ਦੇ ਖਿਲਾਫ ਬੜੀ ਮੰਦੀ ਸ਼ਬਦਾਵਲੀ ਵਰਤਦੇ ਆ। ਕਦੀ ਉਹਨਾਂ ਨੂੰ ਬਲਦਕਾਰੀ, ਕਦੀ ਉਹਨਾਂ ਨੂੰ ਚੋਰ, ਕਦੀ ਇਹਨਾਂ ਨੂੰ ਬਿਜਲੀ ਚੋਰ ਕਹਿਣਾ। ਤਾਂ ਜੋ ਇਹਨਾਂ ਦੇ ਮੂੰਹ ਦੇ ਵਿੱਚ ਆਉਂਦਾ ਇਹ ਅਨਪੜ੍ਹਤਾ ਦਾ ਮੈਂ ਸਮਝ ਨਹੀਂ ਆਉਂਦਾ ਵੀ ਇਹਨਾਂ ਨੇ ਕਿੱਦਾਂ ਡਿਗਰੀ ਕੀਤੀ ਆਪਦੀ LLB ਦੀ। ਬੜੀ ਹੈਰਾਨੀ ਵਾਲੀ ਗੱਲ ਆ, ਆਪਦੇ ਨੂੰ ਬੜਾ ਸੀਨੀਅਰ ਇਹ ਐਡਵੋਕੇਟ ਸਮਝਦੇ ਆ, ਪਰ ਸਭ ਤੋਂ ਵੱਡਾ ਅਨਐਜੂਕੇਟਡ ਮੈਂ ਸਮਝਦਾ ਇਹ ਆਦਮੀ ਹੋਊਗਾ। ਜੇ ਅੱਜ ਵਕੀਲ ਭਾਈਚਾਰਾ ਵੀ ਸਾਡਾ ਬੜਾ ਤੰਗ ਹੈ ਇਹਨਾਂ ਤੋਂ ਵੀ ਜਿਹੋ ਜਿਹੀ ਬਿਆਨਬਾਜ਼ੀ ਕਰਦੇ ਆ, ਕਿਉਂਕਿ ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਸਾਨੂੰ ਇਹੋ ਜਿਹੀਆਂ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜਦ ਤੱਕ ਕੋਈ ਦੋਸ਼ੀ ਸਾਬਤ ਨਾ ਹੋਵੇ। ਪਰ ਇਹਨਾਂ ਨੇ ਆਪਣਾ ਕੋਈ ਪਿੱਛੇ ਨਹੀਂ ਹਟੇ, ਕਦੇ ਵੀ ਇਹਨਾਂ ਨੇ ਆ ਕੇ ਨਹੀਂ ਕਿਹਾ ਵੀ ਚਲ ਠੀਕ ਹੈ ਯਾਰ ਮੇਰੇ ਤੋਂ ਗਲਤੀ ਹੋ ਗਈ, ਵੀ ਇਹ ਜੋ ਹੋਇਆ ਵੀ ਇਹ ਗਲਤ ਹੋ ਰਿਹਾ। ਬਹੁਤ ਸਾਰੇ ਲੀਡਰ ਇਹਨਾਂ ਦੇ ਪਿੱਛੇ ਵੀ ਆਏ ਉਸ ਬੀਬੀ ਦੇ, ਦੂਜੀ ਪਾਰਟੀਆਂ ਦੇ, ਪਰ ਉਹ ਭੱਜ ਗਏ ਸਾਰੇ। ਦੇਖੋ ਇਹ ਰਾਈਟ ਟੂ ਇਨਫੋਰਮੇਸ਼ਨ ਇਹ ਪਰਚਾ ਹੈ, FIR। ਇਹ FIR ਜਿਹੜੀ ਹਰੀਸ਼ ਰਾਏ ਢਾਂਡਾ ਜੀ ਜਿਹੜੀ ਇਹ ਗੱਲਾਂ ਕਰਦੇ, ਤੁਸੀਂ ਦੂਜਿਆਂ ਦੇ ਪੱਥਰ ਮਾਰਦੇ ਹੋ, ਪਹਿਲਾਂ ਆਪ ਦਾ ਦਮਨ ਤਾਂ ਦੇਖੋ ਤੁਸੀਂ ਆਪ ਕੀ ਹੋ। ਆਪ ਤੁਸੀਂ ਤੌਲੀਏ ਚੋਰੀ ਕਰਦੇ ਫਿਰਦੇ ਹੋ। 20 ਲੱਖ ਦੀ ਠੱਗੀ ਜਿਹੜੀ ਹਰੀਸ਼ ਰਾਏ ਢਾਂਡਾ ਜੀ ਉਹਨਾਂ ਦੇ ਭਰਾ ਨੇ ਮਾਰੀ ਆ। ਔਰ ਮੈਂ ਦੋਸਤੋ ਤੁਹਾਨੂੰ ਦੱਸ ਦਿੰਦਾ FIR ਨੰਬਰ ਜਿਹੜੀ 18, ਜਿਹਦੇ ਵਿੱਚ 420, 407, 120 ਵੀ ਹੋਰ ਧਾਰਾਵਾਂ ਦੇ ਵਿੱਚ ਪਰਚੇ ਜਿਹੜੇ ਦਰਜ ਹੋਏ ਆ। ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਜਿਹੜੀ ਟਰਾਈਡੈਂਟ ਲਿਮਟਿਡ ਕੰਪਨੀ ਹੈ ਇੱਕ ਬਰਨਾਲੇ ਵਿਖੇ, ਬਹੁਤ ਵੱਡਾ ਉਹਨਾਂ ਦਾ ਜਿਹੜਾ ਕਾਰੋਬਾਰ ਆ, ਜਿਹੜਾ ਤੌਲੀਏ ਵਗੈਰਾ ਹੋਰ ਜਿਹੜੇ ਕੱਪੜਿਆਂ ਨਾਲ ਸੰਬੰਧਿਤ ਸਮਾਨ ਜਿਹੜਾ ਉਹ ਬਾਹਰ ਭੇਜਦੇ ਆ, ਉਹਨਾਂ ਦੀ ਕੰਪਨੀ ਭੇਜਦੀ ਆ। ਔਰ ਇਹਨਾਂ ਦੀ ਜਿਹੜੀ ਕੰਪਨੀ ਆ ਉਹ ਹੈਗੀ ਆ ਸਵਿਫਟ ਟਰਾਂਸਪੋਰਟ ਜਿਹੜੀ ਕਿ
ਫੋਕਲ ਪੁਆਇੰਟ 137 OWPL ਕੰਪਲੈਕਸ ਫੇਸ 5 ਦੇ ਵਿੱਚ ਸਥਿਤ ਆ। ਉਹ ਢਾਂਡਾ ਸਾਹਿਬ ਦੀ ਕੰਪਨੀ ਆ। ਸੋ ਟਰਾਈਡੈਂਟ ਜਿਹੜੀ ਕੰਪਨੀ ਆ, ਇਹਨਾਂ ਨੇ ਇੱਕ ਜਿਹੜਾ ਆਰਡਰ ਸੀਗਾ, ਕਿਉਂਕਿ ਇਹਨਾਂ ਦੇ ਵੱਡੇ ਆਰਡਰ ਉੱਥੇ ਤਿਆਰ ਹੁੰਦੇ ਆ, ਇੱਕ ਆਰਡਰ ਇਹਨਾਂ ਨੇ ਬਾਹਰ ਭੇਜਣ ਵਾਸਤੇ, ਜਿਹੜਾ ਕਿ ਇੱਕ ਮੁੰਦਰਾ ਜਿਹੜਾ ਪੋਰਟ ਹੈਗਾ ਗੁਜਰਾਤ ਦੇ ਵਿੱਚ, ਉੱਥੇ ਭੇਜਣਾ ਸੀ ਇਹਨਾਂ ਨੇ। ਸੋ ਉਹ ਹਰੀਸ਼ ਰਾਜ ਢਾਂਡਾ ਜੀ ਦੀ ਕੰਪਨੀ ਦੇ ਥਰੂ ਭੇਜਿਆ ਇਹਨਾਂ ਨੇ, ਔਰ 18,678 ਜਿਹੜੇ ਟਾਵਲਸ ਹੈਗੇ, ਤੌਲੀਏ, ਉਹ ਢਾਂਡਾ ਸਾਹਿਬ ਦੀ ਕੰਪਨੀ ਦੇ ਥਰੂ ਭੇਜੇ, ਜਿਹਦੀ ਕੀ ਕੀਮਤ ਬਣਦੀ ਆ 20,90,641 ਰੁਪਏ 17 ਪੈਸੇ। ਇਹ ਉਹਦੀ ਕੀਮਤ ਸੀਗੀ। ਇਹਨਾਂ ਨਾਲ ਐਗਰੀਮੈਂਟ ਤੈਅ ਹੋਇਆ, ਢਾਂਡਾ ਸਾਹਿਬ ਦੀ ਕੰਪਨੀ ਦੇ ਨਾਲ ਐਗਰੀਮੈਂਟ ਤੈਅ ਹੋਇਆ, ਬਕਾਇਦਾ ਸਾਰੀਆਂ ਸ਼ਰਤਾਂ ਉਹਨਾਂ ਦੀ ਕੰਪਨੀ ਦੇ ਵਿੱਚ ਤੈਅ ਹੋਈਆਂ ਵੀ ਤੁਹਾਡਾ ਅਸੀਂ 4 ਦਿਨ ਦੇ ਵਿੱਚ ਤੁਹਾਡਾ ਅਸੀਂ ਉੱਥੇ ਉਸ ਪੋਰਟ ਦੇ ਉੱਪਰ ਜਿਹੜਾ ਗੁਜਰਾਤ ਦੇ ਵਿੱਚ ਪੈਂਦਾ, ਉਹਦੇ ਉੱਪਰ ਅਸੀਂ ਪੁੱਜਦਾ ਕਰਾਂਗੇ ਤੁਹਾਡਾ ਸਮਾਨ। ਔਰ ਦੋਸਤੋ ਹੁੰਦਾ ਕੀ ਆ, ਹੁਣ ਢਾਂਡਾ ਸਾਹਿਬ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੇ, ਆਪਦੇ ਆਪ ਨੂੰ ਸੱਚਾ ਇਹ ਦੇਸ਼ ਭਗਤ ਬਣਦੇ ਆ, ਔਰ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਰੋਜ਼ ਰੁੱਝਿਆ ਰਹਿੰਦਾ, ਜਿਹੜਾ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਦਾ, ਸਰਦਾਰ ਸਿਮਰਜੀਤ ਸਿੰਘ ਮਾਨ, ਉਹਦੇ ਖਿਲਾਫ ਮੰਦੀ ਸ਼ਬਦਾਵਲੀ, ਮੰਦੀ ਬਕਵਾਸ ਜਿਹੜੀ ਉਹਨਾਂ ਦੇ ਖਿਲਾਫ ਇਹ ਆਏ ਦਿਨ ਕਰਦਾ, ਪਰ ਆਪ ਦਾ ਦਾਮਨ ਨਹੀਂ ਦੇਖਿਆ ਇਹਨਾਂ ਨੇ। ਹੁਣ ਕੀ ਸੀ, ਜਿਹੜਾ 20 ਲੱਖ ਦਾ ਜਿਹੜਾ ਸਮਾਨ ਇਹਨਾਂ ਨੇ ਜਿਹੜਾ ਲਿਆ ਸੀਗਾ, ਟਾਵਲ ਜਿਹੜੇ ਟਰਾਈਡੈਂਟ ਕੰਪਨੀ ਤੋਂ ਲਏ ਸੀ, ਉਹ ਉੱਥੇ ਪਹੁੰਚੇ ਨਹੀਂ 4 ਦਿਨਾਂ ਦੇ ਵਿੱਚ। ਸੋ ਕੰਪਨੀ ਵਾਲੇ ਬੜੇ ਹੈਰਾਨ ਪਰੇਸ਼ਾਨ ਹੋ ਗਏ ਵੀ 4 ਦਿਨ ਦਾ ਟਾਈਮ ਹੁੰਦਾ। ਔਰ ਇੱਕ ਸਭ ਤੋਂ ਵੱਡੀ ਜਿਹੜੀ ਇਹਨਾਂ ਕੰਪਨੀ ਦੇ ਵਿੱਚ ਗੱਲ ਹੁੰਦੀ ਹੈ, ਇਹਨਾਂ ਨੇ ਜਿਹੜਾ ਸਮਾਨ ਤੁਸੀਂ ਭੇਜਦੇ ਹੋ, ਕਿਉਂਕਿ ਟਰੱਕ ਦੇ ਵਿੱਚ ਇੱਕ ਜਿਹੜਾ ਲੋਡ ਹੋ ਕੇ ਜਾਂਦਾ, ਉਹਦੇ ਵਿੱਚ GPS ਸਿਸਟਮ ਲੱਗਣਾ ਬਹੁਤ ਜ਼ਰੂਰੀ ਹੁੰਦਾ। ਸੋ ਉਹ ਵੀ ਨਹੀਂ ਸੀਗਾ। ਪਹਿਲਾਂ ਸ਼ੰਕਾ ਤਾਂ ਇੱਥੇ ਪਈ ਇਹਨਾਂ ਨੂੰ। ਔਰ ਜਦੋਂ ਸਮਾਨ ਨਹੀਂ ਪਹੁੰਚਦਾ ਉਹਨਾਂ ਕੋਲ 4 ਦਿਨਾਂ ਦੇ ਵਿੱਚ, ਕੰਪਨੀ ਵਾਲੇ ਰਿਪੋਰਟ ਲਿਖਾਉਂਦੇ ਆ, ਇਹਨਾਂ ਨੂੰ ਰਿਪੋਰਟ ਦੇ ਆਧਾਰ ਤੇ ਇਹਨਾਂ ਨੂੰ ਸੱਦਿਆ ਜਾਂਦਾ ਢਾਂਡਾ ਸਾਹਿਬ ਨੂੰ ਉੱਥੇ, ਪਰ ਢਾਂਡਾ ਸਾਹਿਬ ਉੱਥੇ ਨਹੀਂ ਪਹੁੰਚਦੇ ਜਵਾਬ ਦੇਣ ਲਈ। ਸੋ ਜਦੋਂ ਇਹਨਾਂ ਦਾ ਵਾਜਿਬ ਜਵਾਬ ਨਹੀਂ ਦਿੱਤਾ ਜਾਂਦਾ, ਕਿਉਂਕਿ ਵੱਡੀ ਕੰਪਨੀ ਹੈ ਟਰਾਈਡੈਂਟ, ਉਹਨਾਂ ਨੇ ਆਪਦਾ ਜਿਹੜਾ ਸਮਾਨ ਭੇਜਿਆ ਪੱਕੇ ਦੇ ਵਿੱਚ, ਬਕਾਇਦਾ GST, ਬਕਾਇਦਾ ਜਿਹੜੇ ਜਿੰਨੇ ਵੀ ਉਹਦੇ ਬਿੱਲ ਨੰਬਰ, ਸਾਰਾ ਕੁਝ ਵਿੱਚ ਮੈਂਸ਼ਨਡ ਹੈਗਾ, ਜਿਹੜੀ ਇਸ FIR ਦੇ ਵਿੱਚ ਮੈਂਸ਼ਨਡ ਆ, ਕੱਲੀ ਡਿਟੇਲ ਉਹਦੇ ਵਿੱਚ ਮੈਂਸ਼ਨਡ ਆ ਵੀ ਇਹਨਾਂ ਨੇ ਕਿੱਦਾਂ ਸਮਾਨ ਆਇਆ, ਕਿੱਦਾਂ ਇਹਨਾਂ ਨੇ ਭੁਗਤਾਨ ਕੀਤਾ, ਕਿਵੇਂ ਇਹਨਾਂ ਨੇ ਪੈਸੇ ਚੈੱਕ ਕਰਾਏ, ਤੇ ਜਿਵੇਂ ਵੀ ਸਾਰਾ A to Z ਜਿਹੜੀ ਡਿਟੇਲ ਹੈਗੀ ਉਹਦੇ ਵਿੱਚ ਮੈਂਸ਼ਨਡ ਹੈਗੀ ਆ। ਪਰ ਕੀ ਹੁੰਦਾ ਦੋਸਤੋ, ਰਾਹ ਦੇ ਵਿੱਚ ਸਟਾਪ ਵੱਜਦਾ, ਸਮਾਨ ਤਾਂ 4 ਦਿਨ ਬਾਅਦ ਉੱਥੇ ਗੁਜਰਾਤ ਵਾਲੇ ਪੋਰਟ ਤੇ ਪਹੁੰਚਣਾ ਸੀ, ਪਰ ਨਹੀਂ ਪਹੁੰਚਦਾ। ਉਹਦਾ ਕੀ ਕਰਦੇ, ਰਸਤੇ ਦੇ ਵਿੱਚ ਤੌਲੀਏ ਜਿਹੜੇ ਵੇਚ ਦਿੱਤੇ ਜਾਂਦੇ। ਹੁਣ ਕਿਹਨੂੰ ਵੇਚੇ ਆ, ਕਿਹਨੂੰ ਨਹੀਂ ਵੇਚੇ, ਇਹਨਾਂ ਨੇ ਕੀ ਕੀਤਾ, ਉਹਦੀ ਜਾਣਕਾਰੀ ਢਾਂਡਾ ਸਾਹਿਬ ਨੂੰ ਜਦੋਂ ਪੁਲਿਸ ਵਾਲਿਆਂ ਨੇ ਮੰਗੀ ਆ, ਬਰਨਾਲੇ ਦੀ ਪੁਲਿਸ ਨੇ ਜਦੋਂ ਪਰਚਾ ਦਰਜ ਕੀਤਾ ਇਹਨਾਂ ਦੇ, ਬਰਨਾਲੇ ਟਰਾਈਡੈਂਟ ਜਿਹੜੀ ਕੰਪਨੀ ਆ, ਉਹਨਾਂ ਦਾ ਜਿਹੜਾ ਪਲਾਂਟ ਇੱਕ ਬਰਨਾਲੇ ਦੇ ਵਿੱਚ ਆ, ਰੁੜਕੀ ਦੇ ਵਿੱਚ, ਉੱਥੇ ਉਹ ਰੁੜਕਾ ਕਲਾ ਜਿਹੜਾ, ਉੱਥੇ ਇਹਨਾਂ ਦਾ ਥਾਣਾ ਵੀ ਹੋਈ ਪੈਂਦਾ, ਰੁੜੀ ਕੇ। ਸੋ ਉੱਥੇ ਹੀ ਇਹ ਜਿਹੜਾ ਥਾਣਾ ਪੈਂਦਾ, ਉਹਨਾਂ ਨੇ ਕੰਪਲੇਂਟ ਲਿਖਾਈ, ਇਹਨਾਂ ਨੂੰ ਬੁਲਾਇਆ ਗਿਆ ਉੱਥੇ ਵੀ ਆਓ ਭਾਈ ਆਪਦੇ ਬਿਆਨ ਲਿਖਾਓ ਤੁਸੀਂ ਆ ਕੇ, ਵੀ ਇਹ ਤੁਹਾਡੇ ਆ ਇਲਜ਼ਾਮ ਲੱਗ ਰਹੇ ਆ, ਪਰ ਇਹਨਾਂ ਨੇ ਉੱਥੇ ਬਿਆਨ ਦੇਣਾ ਵਾਜਿਬ ਨਹੀਂ ਸਮਝਿਆ। ਔਰ ਦੋਸਤੋ, ਕੋਈ ਬੜੀ ਪੁਰਾਣੀ ਨਹੀਂ ਆ, 5/4/2021 ਇਸੇ ਮਹੀਨੇ ਇਹਨਾਂ ਦੇ ਪਰਚਾ 420 ਦਾ ਦਰਜ ਹੋਇਆ। ਜਿਹੜੀ ਵੱਡੀਆਂ ਗੱਲਾਂ ਜਿਹੜੀਆਂ ਢਾਂਡਾ ਸਾਹਿਬ ਤੁਸੀਂ ਬਹਿ ਕੇ ਕਰਦੇ ਹੁੰਦੇ, ਉੱਥੇ ਬਹਿ ਕੇ ਅਸੀਂ ਪਹਿਲਾਂ ਵੀ ਰੌਲਾ ਪਾਉਂਦੇ ਰਹੇ ਆ ਵੀ ਇਹ ਜਿਹੜਾ ਆਦਮੀ ਹੈ ਬਿਲਕੁਲ ਫਰਾਡ ਆ। ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਠੱਗੀਆਂ ਮਾਰਨ ਦੀ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਝੂਠੇ ਰੇਪ ਦੇ ਪਰਚੇ ਕਈਆਂ ਦੇ ਕੈਂਸਲ ਕਰਾਏ ਆ ਤੇ ਕਈਆਂ ਦੇ ਕਰਵਾਏ ਆ। ਹੁਣ ਇਹਨਾਂ ਕੋਲ ਏਡੀ ਵੱਡੀ ਮਹਾਰਤ ਹਾਸਲ ਆ ਢਾਂਡਾ ਜੀ ਕੋਲੇ, ਜੇ ਕਿਸੇ ਨੇ ਕੋਈ ਨਕਲੀ ਕੋਈ ਰੇਪ ਦੀ ਕੋਈ FIR ਕਰਾਉਣੀ ਹੈ, ਕੋਈ ਨਕਲੀ ਝੂਠਾ ਮੁਕੱਦਮਾ ਦਰਜ ਕਰਾਉਣਾ, ਕੋਈ ਕਿਸੇ ਜਿਵੇਂ ਆਪ ਕਰ ਰਹੇ ਆ, ਹੁਣ ਜੋ ਬੈਂਸ ਸਾਹਿਬ ਨਾਲ ਕਰ ਰਹੇ ਆ, ਇਹਨਾਂ ਕੋਲ ਸਭ ਤੋਂ ਵੱਡੀ ਮਹਾਰਤ ਹਾਸਲ ਆ। ਹੁਣ ਦੂਜੀ ਮਹਾਰਤ ਹਾਸਲ ਹੋ ਗਈ ਇਹਨਾਂ ਕੋਲ ਤੌਲੀਏ ਚੋਰੀ ਕਰਨ ਦੀ। ਆ ਤੌਲੀਏ ਚੋਰੀ ਕਰਕੇ ਭੱਜੇ ਆ, ਜਿਹੜਾ 20 ਲੱਖ ਦਾ ਸਮਾਨ, ਉਹ ਟਰਾਈਡੈਂਟ ਜਿਹੜੀ ਕੰਪਨੀ ਆ, ਕਿਉਂਕਿ ਵੱਡੀ ਕੰਪਨੀ ਆ, ਉੱਥੇ ਇਹਨਾਂ ਦਾ ਜ਼ੋਰ ਨਹੀਂ ਚੱਲ ਸਕਿਆ, ਉਹਨਾਂ ਨੇ FIR ਦਰਜ ਕਰਾਤੀ। ਸੋ ਇਹੋ ਜਿਹੇ ਠੱਗ ਲੋਕ ਜਦੋਂ ਉੱਥੇ ਜਾ ਕੇ ਬੀਬੀ ਦੇ ਕੋਲੇ ਬਹਿੰਦੇ ਆ, ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਹੁਣ ਜਿਹੜੇ ਵੀਰ ਜਿਹੜੇ ਉੱਥੇ ਆ ਕੇ ਇਹਨਾਂ ਦੇ ਨਾਲ ਬਹਿ ਕੇ ਜਿਹੜਾ ਉੱਥੇ ਇਹ ਆਪਸ 'ਚ ਸ਼ਾਮ ਨੂੰ ਫਿਰ ਖਾਣ ਪੀਣ ਵੀ ਕਰਦੇ ਆ, ਔਰ ਮੈਂ ਕਹਿਣਾ ਚਾਹੁੰਦਾ ਵੀ ਆਹ FIR ਵੀ ਨਾਲ ਉਹਦੇ ਇਹਦੇ ਪਿੱਛੇ ਨਾਲ ਲਾਓ ਵੀ ਪਤਾ ਲੱਗੇ, ਤਾਂ ਕਿ ਇਹਦਾ 420 ਆਦਮੀ ਆ। ਸੋ ਸਭ ਤੋਂ ਵੱਡੀ ਇੱਕ ਠੱਗੀ ਇਹਨਾਂ ਨੇ ਹੋਰ ਮਾਰੀ, ਜਿਹਦੀ ਕੀਮਤ ਹੈਗੀ 60 ਲੱਖ ਰੁਪਏ। ਸੋ ਇੱਕ ਸ਼ਖਸ ਨੇ ਵਿਨੇ ਮੜੀਆ ਜੀ, ਉਹਨਾਂ ਦਾ ਮੈਂ ਨੰਬਰ ਤੁਹਾਨੂੰ ਦੇ ਦੂੰਗਾ, ਉਹਨਾਂ ਨੇ ਤੇਲ ਖਰੀਦਿਆ, ਗਰੀਸ ਦਾ ਕੰਮ, ਉਹਨਾਂ ਨੇ ਤੇਲ ਖਰੀਦਿਆ, ਉਹਨਾਂ ਦਾ ਜਿਹੜਾ ਸਮਾਨ ਸੀ ਲੁਧਿਆਣੇ ਕਸਟਮ ਵਾਲਿਆਂ ਨੇ ਸੀਜ਼ ਕਰਤਾ। ਲੁਧਿਆਣੇ ਜਦੋਂ ਕਸਟਮ ਨੇ ਸੀਜ਼ ਕੀਤਾ ਤਾਂ ਜਿਹੜੇ ਵਿਨੇ ਮੜੀਆ ਜੀ ਸੀਗੇ, ਜਿਨ੍ਹਾਂ ਦਾ ਸਮਾਨ ਸੀਗਾ, ਇੰਡਸਟਰੀਜ਼ ਸੀਗੇ, ਉਹਨਾਂ ਨੇ ਕਸਟਮ ਵਾਲਿਆਂ ਨੇ ਕੇਸ ਕੀਤਾ, ਉਹਨਾਂ ਦਾ ਕੇਸ ਚੱਲਿਆ 3 ਸਾਲ ਲਈ, ਹਾਈ ਕੋਰਟ ਦੇ ਵਿੱਚ, ਲਾਹੌਰ ਕੋਰਟ ਵਿੱਚ, ਸੁਪਰੀਮ ਕੋਰਟ ਤੱਕ ਗਏ। ਫਿਰ ਕਸਟਮ ਵਾਲਿਆਂ ਨੇ ਕੀ ਹੁੰਦਾ, ਜਿਹੜਾ ਕਸਟਮ ਜਿਹੜਾ ਹੁੰਦੀ ਆ, ਉਹਨਾਂ ਦੇ ਵੇਅਰ ਹਾਊਸਿਸ ਦੇ ਨਾਲ ਸੈਟਿੰਗ ਹੁੰਦੀ ਹੈ, ਜਾਂ ਤਾਂ ਇੱਕ ਸਰਕਾਰੀ ਵੇਅਰ ਹਾਊਸ ਹੁੰਦਾ, ਇੱਕ ਪ੍ਰਾਈਵੇਟ ਵੇਅਰ ਹਾਊਸ ਹੁੰਦੇ ਆ। ਸਰਕਾਰੀ ਤੇ ਪ੍ਰਾਈਵੇਟ ਵਾਲਿਆਂ ਨੂੰ ਕਸਟਮ ਜਿਹੜੇ ਥਰੂ ਗਵਰਨਮੈਂਟ ਪੈਸਾ ਦਿੰਦੀ ਉਹਨਾਂ ਨੂੰ ਕਿਰਾਏ ਦਾ। ਸੋ ਜਿਹੜਾ ਸਮਾਨ ਸੀਜ਼ ਕੀਤਾ ਸੀਗਾ, ਜਿਹੜਾ ਤੇਲ ਸੀਗਾ, ਉਹ ਇਹਨਾਂ ਦੇ ਜਿਹੜਾ ਵੇਅਰ ਹਾਊਸ ਸੀਗਾ ਢਾਂਡਾ ਜੀ ਦਾ,
ਜਿਹੜਾ ਕਿ ਟਰਾਂਸਪੋਰਟ ਨਗਰ ਵਿਖੇ ਸਥਿਤ ਹੈ ਅੱਜ ਵੀ, ਜਿਹਦੇ ਕਿ ਅੱਜ ਵੀ ਆਪਾਂ ਜੇ ਅਸੀਂ ਉਹਦੀ ਇਨਕੁਆਇਰੀ ਕਰਾਉਣਾ ਚਾਹੀਏ ਤਾਂ ਉਹਦੀ ਪਰਮਿਸ਼ਨ ਕਿੱਦਾਂ ਮਿਲੀ ਇਹਨਾਂ ਨੂੰ ਸਰਕਾਰ ਦੇ ਵਿੱਚ ਸਾਰੇ ਖੁਲਾਸੇ ਹੋ ਜਾਣਗੇ, ਸਾਰੇ ਕੱਲੇ ਖੁਲਾਸੇ ਕਿੱਦਾਂ ਹੋਏ ਆ। ਸੋ ਉਹ ਜਿਹੜਾ ਸਮਾਨ ਹੈ ਕਸਟਮ ਨੇ ਸੀਜ਼ ਕਰਕੇ 2013 ਨੂੰ ਤੇਲ ਇਹਨਾਂ ਦੇ ਵੇਅਰ ਹਾਊਸ ਦੇ ਵਿੱਚ ਉੱਥੇ ਰੱਖਤਾ ਵੀ ਜਦੋਂ ਕੋਰਟ ਫੈਸਲਾ ਸੁਣਾਊਗੀ ਉਸ ਤੋਂ ਬਾਅਦ ਅਸੀਂ ਕੁਝ ਕਰਾਂਗੇ ਇਹਨਾਂ ਦਾ। ਔਰ ਕੀ ਹੁੰਦਾ ਜਿਹੜਾ ਕੇਸ ਆ, ਜਿਹੜੇ ਜਿਨ੍ਹਾਂ ਦਾ ਸਮਾਨ ਸੀ, ਤੇਲ ਸੀ, ਵਿਨੇ ਮੜੀਆ ਜੀ ਦਾ, ਉਹ ਜਿੱਤ ਜਾਂਦੇ ਆ ਕੇਸ, ਸੁਪਰੀਮ ਕੋਰਟ ਤੋਂ ਵੀ ਜਿੱਤ ਜਾਂਦੇ ਆ। ਸੋ ਕੋਰਟ ਆਰਡਰ ਕਰਦੀ ਵੀ ਇਹਨਾਂ ਦਾ ਤੇਲ ਤੁਸੀਂ ਰਿਲੀਜ਼ ਕੀਤਾ ਜਾਵੇ ਆਫਟਰ 6 ਇਅਰਸ। ਉਹ ਤੇਲ ਉੱਥੇ ਹੀ ਪਿਆ ਰਿਹਾ 6 ਸਾਲ ਵਾਸਤੇ, ਤੇ ਸੁਪਰੀਮ ਕੋਰਟ ਦਾ ਆਰਡਰ ਸੀਗਾ ਜਦ ਤੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਤੇਲ ਕੋਈ ਨਹੀਂ ਵੇਚ ਸਕਦਾ, ਕੋਈ ਤੇਲ ਇੱਥੇ ਹੀ ਰਹੂਗਾ। ਔਰ ਕੀ ਹੁੰਦਾ ਹੁਣ ਫਿਰ ਜਿਹੜਾ, ਕਿਉਂਕਿ ਅੰਦਰਲਾ ਜਿਹੜਾ ਭੂਤ ਹੈਗਾ ਇਹਨਾਂ ਦਾ ਠੱਗੀ ਵਾਲਾ ਤੇ ਚੋਰੀ ਵਾਲਾ, ਉਹ ਜਾਗ ਜਾਂਦਾ ਫਿਰ ਵੀ ਹੁਣ ਸਮਾਨ ਪਿਆ ਵੀ ਆਪਾਂ ਯਾਰ ਕੋਈ ਨਾ, ਜਿਹੜਾ ਕੇਸ ਚੱਲਦਾ ਦੇਖੀ ਜਾਊਗੀ। ਸਰਕਾਰ ਇਹਨਾਂ ਦੀ ਉਸ ਟਾਈਮ ਸੀਗੀ 2013 ਦੇ ਵਿੱਚ। ਸੋ ਇਹਨਾਂ ਨੇ ਕਿਹਾ ਵੀ ਚਲੋ ਹੁਣ ਆਪਾਂ ਸਮਾਨ ਇਹਨਾਂ ਦਾ ਵੇਚ ਦਈਏ। ਫਿਰ ਇਹਨਾਂ ਨੇ ਕੀਤਾ 60 ਲੱਖ ਦਾ ਤੇਲ, ਇਹਨਾਂ ਨੇ 60 ਲੱਖ ਕੀਮਤ ਤੇ ਉਹਨਾਂ ਨੂੰ ਤੇਲ ਵੇਚਤਾ ਵਿਨੇ ਮੜੀਆ ਜੀ ਦਾ। ਔਰ ਜਦੋਂ ਕੋਰਟ ਦੇ ਵਿੱਚ ਵਿਨੇ ਮੜੀਆ ਜੀ ਗਏ ਵੀ ਮੇਰਾ ਕੋਰਟ ਦੇ ਵਿੱਚ ਦੱਸਿਆ, ਮਾਣਯੋਗ ਕੋਰਟ ਦੇ ਵਿੱਚ ਵੀ ਸਾਡਾ ਦਾ ਸਮਾਨ ਵੇਚਤਾ ਜੀ ਇਹਨਾਂ ਨੇ। ਫਿਰ ਮਾਣਯੋਗ ਕੋਰਟ ਨੇ ਝਾੜ ਪਾਈ ਇਹਨਾਂ ਨੂੰ, ਫਿਰ ਕੋਰਟ ਨੇ ਝਾੜ ਪਾਈ, ਫਿਰ ਉੱਥੇ ਮਾਫੀ ਮੰਗ ਕੇ ਆਏ। ਫਿਰ ਇਹਨੇ ਐਂਟੀਸਪੇਟਰੀ ਬੇਲ ਅਪਲਾਈ ਕੀਤੀ ਦੋਨੋਂ ਭਰਾਵਾਂ ਨੇ, ਇਹ ਤੇ ਇਹਨਾਂ ਦਾ ਜਿਹੜਾ ਬ੍ਰਦਰ ਆ ਹਰੀਸ਼ ਰਾਏ ਢਾਂਡਾ ਤੇ ਇਹਨਾਂ ਦਾ ਬ੍ਰਦਰ। ਫਿਰ ਐਂਟੀਸਪੇਟਰੀ ਬੇਲ ਅਪਲਾਈ ਕੀਤੀ। ਬਾਅਦ ਚੋਂ ਕੋਰਟ ਨੇ ਸਮਝ ਦਿੱਤਾ ਵੀ ਇਹਨਾਂ ਦਾ ਤੇਲ ਜਿੱਥੇ ਹੈਗਾ ਇਹਨਾਂ ਨੂੰ ਵਾਪਸ ਕੀਤਾ ਜਾਵੇ, ਕਿਉਂਕਿ ਇਹਨਾਂ ਦੀ ਸਰਕਾਰ ਸੀਗੀ, ਜਿਹੜੇ ਵਿਨੇ ਮੜੀਆ ਜੀ ਹੈ ਸਧਾਰਨ ਪਰਿਵਾਰ ਤੋਂ ਸੀਗੇ, ਇਹਨਾਂ ਨੇ ਨਹੀਂ ਚੱਲਣ ਦਿੱਤੀ ਅੱਜ ਤੱਕ। ਇਹਨਾਂ ਨੇ ਨਾ ਇਹਨਾਂ ਦੇ FIR ਦਰਜ ਹੋਈ ਹੈ। ਕਸਟਮ ਨੇ CP ਲੁਧਿਆਣੇ ਨੂੰ ਰਿਪੋਰਟ ਦਰਜ ਕਰਾਈ ਵੀ ਇਹਨਾਂ ਨੇ ਫਰਾਡ ਕੀਤਾ ਵੀ ਤੁਸੀਂ ਇਹਨਾਂ 'ਤੇ ਕਾਰਵਾਈ ਕਰੋ ਹਰੀਸ਼ ਰਾਏ ਢਾਂਡਾ ਤੇ ਉਹਦੇ ਭਰਾ ਦੇ ਉੱਪਰ। ਪਰ ਇਹਨਾਂ ਦਾ ਇੰਨਾ ਕੁ ਅਸਰ ਰਸੂਖ ਸੀਗਾ, ਔਰ ਅੱਜ ਵੀ ਵਰਤ ਰਹੇ ਆ ਇਹ, ਬੜੀ ਆਪਦਿਆਂ ਨੂੰ ਸਮਝਦੇ ਅਸੀਂ ਬੜੇ ਪਾਵਰ ਦੇ ਵਿੱਚ ਆ। ਔਰ ਅੱਜ ਵੀ ਇਹਨਾਂ ਨੇ ਉੱਥੇ ਪ੍ਰੈਸ਼ਰਾਈਜ਼ ਕਰਕੇ ਤੇ ਉਸ ਕੇਸ ਨੂੰ ਉੱਥੇ ਠੰਡਾ ਕੀਤਾ। ਸੋ ਅੱਜ ਮੈਂ ਦੱਸਣਾ ਚਾਹੁੰਦਾ ਢਾਂਡਾ ਜੀ, ਤੁਸੀਂ ਆਪਦਾ ਬਹੁਤ ਜ਼ੋਰ ਲਾ ਲਿਆ, ਬਹੁਤ ਤੁਸੀਂ ਪਖੰਡ ਕਰ ਲਏ, ਬਹੁਤ ਤੁਸੀਂ ਸਾਡੇ ਪ੍ਰਧਾਨ ਦੇ ਖਿਲਾਫ ਆਏ ਦਿਨ ਤੁਸੀਂ ਉਹ ਸ਼ਬਦਾਵਲੀ ਵਰਤੀ ਆ ਜਿਹੜੀ ਅਸੀਂ ਨਹੀਂ ਸੁਣ ਸਕਦਾ। ਲੋਕ ਇਨਸਾਫ ਪਾਰਟੀ ਦਾ ਵਰਕਰ ਕੋਈ ਵੀ ਨਹੀਂ ਸੁਣ ਸਕਦਾ। ਔਰ ਜਿਨ੍ਹਾਂ ਲੋਕਾਂ ਦੇ ਸਰਦਾਰ ਸਿਮਰਜੀਤ ਸਿੰਘ ਬੈਂਸ ਆਏ ਦਿਨ ਔਰ ਇੰਨੇ ਸਾਲਾਂ ਤੋਂ ਅਸੀਂ ਕੰਮ ਕਰਦੇ ਆ ਰਹੇ ਆ, ਉਹ ਲੋਕਾਂ ਦੇ ਮਨਾਂ ਦੇ ਵਿੱਚ ਕੀ ਬੀਤੀ ਆ। ਤੁਹਾਡੇ ਇੱਕ ਨਕਲੀ ਕਾਂਡ ਕਰਕੇ ਜਿਹੜਾ ਸੀ ਉੱਥੇ ਬੀਬੀ ਬਿਠਾਈ ਆ, ਕੋਈ ਨਹੀਂ ਬਣਨਾ। ਤੁਹਾਡੇ ਸਾਹਮਣੇ ਦੁੱਧ ਦਾ ਪਾਣੀ ਦਾ ਪਾਣੀ। ਇੱਕ ਆਮ ਆਦਮੀ ਪਾਰਟੀ ਦੀ MLA ਆਈ ਸੀ, ਉਹ ਭੱਜ ਗਈ, ਫਿਰ ਮਾਫੀ ਮੰਗੀ ਵੀ ਗਲਤੀ ਹੋ ਗਈ, ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਵੀ ਇਹ ਫਰਾਡ ਆ। ਇੱਕ ਤਾਂ ਹੋਰ ਆਏ ਸੀ, ਉਹ ਵੀ ਭੱਜੇ ਆ। ਤਾਂ ਭੱਜਣਾ ਇਹਨਾਂ ਨੇ ਵੀ ਆ, ਪਰ ਅਸੀਂ ਇਹਨਾਂ ਨੂੰ ਭੱਜਣ ਨਹੀਂ ਦੇਣਾ। ਹੁਣ ਜਿਹੜਾ ਵਿਨੇ ਮੜੀਆ ਵਾਲਾ ਕੇਸ ਆ, ਇਹ ਪਰਚਾ, ਇਹ ਸਾਡੀ ਜ਼ਿੰਮੇਵਾਰੀ ਆ, ਅਸੀਂ ਕਰਾਵਾਂਗੇ। ਵਿਨੇ ਮੜੀਆ ਨੂੰ ਨਾਲ ਸਾਹਮਣੇ ਲੈ ਕੇ ਵੀ ਆਵਾਂਗੇ। ਹੁਣ ਬਾਹਰ ਸੀਗੇ, ਆਊਟ ਆਫ ਸਟੇਟ ਗਏ ਹੋਏ ਆ, ਇਸ ਕਰਕੇ ਆ ਨਹੀਂ ਸਕੇ, ਪਰ ਅਗਲੀ ਵਾਰ ਤੁਹਾਡੇ ਸਾਹਮਣੇ ਉਹਨਾਂ ਨੂੰ ਲੈ ਕੇ ਅਸੀਂ ਆਵਾਂਗੇ। ਜ਼ਰੂਰ ਦੱਸੂਗਾ ਵੀ, ਉਹ ਦੱਸਣਗੇ ਵੀ ਕਿਵੇਂ ਠੱਗੀ ਹੋਈ ਆ ਉਹਨਾਂ ਦੇ ਵੱਲੋਂ। ਇੱਕ ਪਰਚਾ ਹੁਣ ਅਸੀਂ ਕਰਾਵਾਂਗੇ, ਕਿਵੇਂ ਇਹਨੂੰ ਦੱਸਾਂਗੇ ਵੀ ਕਿਵੇਂ ਪਰਚੇ ਹੁੰਦਾ ਆ। ਤੁਸੀਂ ਬਹੁਤ ਜ਼ੋਰ ਲਾ ਲਿਆ, ਤੁਸੀਂ ਅਨੇਕਾਂ ਲੋਕਾਂ ਦੇ ਜ਼ੁਲਮ ਕਰਕੇ ਦੇਖ ਲਿਆ। ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਅਨੇਕਾਂ ਲੋਕਾਂ ਦੇ ਜ਼ੁਲਮ ਕਰਕੇ ਦੇਖ ਲਿਆ, ਆਮ ਲੋਕਾਂ ਦੇ ਤੁਸੀਂ ਜ਼ੁਲਮ ਕਰਕੇ ਦੇਖ ਲਿਆ। ਹੁਣ ਜਦੋਂ ਤੁਹਾਡੀ ਸਿਆਸਤ ਖਤਮ ਹੋ ਗਈ, ਤੁਹਾਡੇ ਪੱਲੇ ਕੁਝ ਨਹੀਂ ਰਿਹਾ, ਤੁਹਾਨੂੰ ਲੋਕਾਂ ਨੇ ਨਕਾਰਤਾ। ਤੁਸੀਂ ਪਾਰਲੀਮੈਂਟ ਸੈਕਟਰੀ ਰਹੇ ਹੋ, ਤੁਸੀਂ MLA ਰਹੇ ਹੋ, ਉਸ ਤੋਂ ਬਾਅਦ ਤੁਸੀਂ ਕਾਉਂਸਲਰ ਵੀ ਹਾਰ ਗਏ। ਤੇ ਇਦੋਂ ਵੱਡੀ ਮੈਂ ਸਮਝਦਾ ਤੁਹਾਡੇ ਵਾਸਤੇ ਕੋਈ ਤਰਾਸਦੀ ਨਹੀਂ ਹੋ ਸਕਦੀ। ਹੁਣ ਜੇ ਤੁਹਾਡੇ 'ਚ ਹੱਲੇ ਵੀ ਕੋਈ ਮਾੜੀ ਮੋਟੀ ਸ਼ਰਮ ਹੈ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ 'ਚ ਕੋਈ ਤੁਹਾਡੇ ਪੱਲੇ ਕੁਝ ਹੈਗਾ, ਤੇ ਤੁਸੀਂ ਛੱਡੋ ਵੈਸਟ ਹਲਕਾ। ਮੈਂ ਕਹਿੰਦਾ ਅੱਜ ਇਹ ਜਿੰਨਾ ਢੋਂਗ ਜਿੰਨਾ ਹੋ ਰਿਹਾ, ਸਿਰਫ ਵੈਸਟ ਹਲਕੇ ਦੀ ਟਿਕਟ ਲੈਣ ਲਈ ਵੀ ਉੱਥੋਂ ਅੱਜ BJP ਤੇ ਅਕਾਲੀ ਦਲ ਅਲੱਗ-ਅਲੱਗ ਆ ਤੇ ਮੇਰਾ ਦਾਲ ਲੱਗ ਜਾਏ, ਮੈਂ ਆਸ਼ੂ ਜੀ ਦੇ ਉਲਟ ਇਲੈਕਸ਼ਨ ਲੜਦਾ। ਪਰ ਮੈਨੂੰ ਦੱਸਣਾ ਚਾਹੁੰਦਾ, ਤੂੰ ਛੱਡ ਦੇ ਵੈਸਟ, ਤੂੰ ਆ ਜਾ ਇੱਧਰ ਆਤਮਨਗਰ। ਜੇ ਤੇਰਾ ਕੋਈ ਭੁਲੇਖਾ, ਜੇ ਕੋਈ ਭੁਲੇਖਾ ਕੱਢਣਾ ਚਾਹੁੰਦਾ ਆਪਦਾ, ਤੂੰ ਆਤਮਨਗਰ ਆ ਕੇ ਲੜ, ਉੱਥੋਂ ਛੱਡ ਦੇ। ਇੱਥੋਂ ਲੜ ਆ ਕੇ ਆਤਮਨਗਰ ਜਾਂ ਸਾਊਥ ਹਲਕੇ ਦੇ ਵਿੱਚੋਂ, ਫਿਰ ਤੈਨੂੰ ਪਤਾ ਲੱਗੂਗਾ ਵੀ ਤੁਹਾਡੀ ਜ਼ਮੀਰ ਕਿੱਥੇ ਆ। ਜਿਹੜੇ ਲੀਡਰ ਤੁਹਾਡੇ ਨਾਲ ਪਹਿਲਾਂ ਆ ਕੇ ਤੁਹਾਡੇ ਨਾਲ ਇੱਥੇ ਧਰਨੇ ਦੇ ਵਿੱਚ ਬਹਿੰਦੇ ਰਹੇ ਆ, ਚੱਲੇ ਹੋਏ ਕਾਰਤੂਸ ਜਿਹਨਾਂ ਨੂੰ ਅਸੀਂ ਕਹਿੰਦੇ ਸੀ, ਤੇ ਉਹਨਾਂ ਨੂੰ ਪੁੱਛ ਲਓ ਅੱਜ ਕੀ ਉਹਨਾਂ ਦੇ ਹਾਲਾਤ ਨੇ। ਕੋਈ ਨਹੀਂ ਪੁੱਛਦਾ, ਬਿਲਕੁਲ ਖਤਮ ਹੋ ਗਈ ਸਿਆਸਤ। ਤੇ ਇਹਦੀ ਵੀ ਇੱਥੇ ਜਿਹੜੀ ਮਾੜੀ ਮੋਟੀ ਰਹਿ ਗਈ, ਅਸੀਂ ਉਹ ਵੀ ਰਹਿੰਦੀ ਹੁੰਦੀ, ਇਹਦੀ ਖਤਮ ਕਰ ਦਾਂਗੇ। ਸੋ ਉਹਨਾਂ ਨੂੰ ਕਹ ਬਾਜ਼ ਆ ਜਾਣ। ਤੇ ਇਹਨਾਂ ਦੇ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਜਾਣਕਾਰੀ ਦਿੱਤੀ ਸੀ ਵੀ ਕਿਵੇਂ ਇਹਨਾਂ ਨੇ ਜਦੋਂ ਸਰਕਾਰ ਹੁੰਦੀ ਸੀ, ਕਿਵੇਂ ਇਹਨਾਂ ਨੇ ਸਾਡੀਆਂ ਭੈਣਾਂ ਧੀਆਂ ਭੈਣਾਂ ਦਾ ਕਿਵੇਂ ਇਹਨਾਂ ਨੇ ਤਿਰਸਕਾਰ ਕੀਤਾ। ਆਹ ਜਿਹੜਾ ਇਹਨਾਂ ਦੇ ਖਬਰ ਲੱਗੀ ਹੈ ਇੱਕ ਟਾਈਮਸ ਆਫ ਇੰਡੀਆ ਦੀ, ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਦੱਸਿਆ ਸੀਗਾ। ਇਹਨੇ ਖਬਰ ਲਵਾਈ ਹੈ ਵੀ ਮੇਰੇ ਘਰ ਦੇ ਬਾਹਰ ਇੱਕ ਲੇਡੀ ਮੈਨੂੰ ਫੁੱਲ ਦੇਣ ਆਈ, ਮੈਨੂੰ ਗੁਲਦਸਤਾ ਦੇਣ ਆਈ, ਕਹਿੰਦੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਵੀ ਯਾਰ ਹੈਰਾਨੀ ਵਾਲੀ ਗੱਲ ਹੈ ਵੀ ਐਡਾ ਤੁਸੀਂ ਕਿੰਨੇ ਕੁ ਤੁਸੀਂ ਸਲਮਾਨ ਖਾਨ ਹੋ ਭਾਈ, ਵੀ ਤੁਹਾਡੇ ਘਰੇ ਕੋਈ ਇੱਕ ਲੇਡੀ ਤੁਹਾਨੂੰ ਫੁੱਲ ਦੇਣ ਆਊਗੀ। ਤੁਸੀਂ ਬੱਚਿਆਂ ਵਾਲੇ ਹੋ, ਤੁਹਾਡੇ ਘਰੇ ਵੀ ਪਰਿਵਾਰ ਹੋਊਗਾ, ਤੇ ਤੁਸੀਂ ਉਸ ਲੇਡੀ ਦੇ ਉੱਪਰ ਪਰਚਾ ਦਰਜ ਕਰਾਉਣੇ। ਉਸ ਲੇਡੀ ਨਾਲ ਸਾਡੀ ਗੱਲ ਹੋ ਗਈ। ਹੁਣ ਪਟਿਆਲੇ ਦੀ ਵਿਚਾਰੀ ਲੇਡੀ, ਉਹ ਵੀ ਆਊਗੀ ਸਾਹਮਣੇ। ਹੁਣ ਇੱਕ ਲੇਡੀ ਹੋਰ ਸੀ, ਇਹਨਾਂ ਦਾ ਪਾਰਟਨਰ ਹੁੰਦਾ ਸੀ ਨਰਿੰਦਰ ਸਿੰਘ, ਜਿਹੜਾ ਫਰੰਟੀਅਰ ਸਾਈਕਲ ਵਾਲਾ, ਉਹ ਵੀ ਬੜਾ ਚਰਚਿਤ ਕੇਸ ਰਿਹਾ, ਕਿਉਂਕਿ ਉਦੋਂ ਵੀ ਇਹਨਾਂ ਦੀ ਸਰਕਾਰ ਹੁੰਦੀ ਸੀ। ਉਦੋਂ ਉਸ ਭੈਣ ਨਾਲ ਬਾਰ-ਬਾਰ ਉਹਨਾਂ ਦੇ ਆਫਿਸ ਦੇ ਵਿੱਚ ਇਹਦੀ ਉੱਥੇ EMPLOYEE ਹੁੰਦੀ ਸੀ, ਰੇਪ ਕਰਦੇ ਰਹੇ ਇਹ ਦੋਨੇ ਜਾਣੇ।
ਤੇ ਉਦੋਂ ਜਿਹੜੀ ਸਰਕਾਰ ਸੀ, ਇਹਨਾਂ ਨੇ ਦਬਾਅ ਪਾ ਕੇ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਅੰਡਰ ਪ੍ਰੈਸ਼ਰ ਕਰਕੇ ਉਹਨਾਂ ਨੂੰ ਘਰੇ ਬਿਠਾਇਆ, ਉਹ ਵੀ ਸਾਡੇ ਸੰਪਰਕ ਦੇ ਵਿੱਚ ਆ। ਤੇ ਹੁਣ ਮੈਂ ਦੱਸਣਾ ਚਾਹੁੰਦਾ ਟਾਂਡਾ ਸਾਹਿਬ, ਹੁਣ ਤੁਸੀਂ ਜਿਹੜਾ ਜ਼ੋਰ ਲਾਉਣਾ ਲਾ ਲਿਓ। ਅੱਜ ਤੁਸੀਂ ਲੁੱਕ ਕੇ ਕਦੀ ਵਿਧਾਨ ਸਭਾ ਜਾਂਦੇ ਹੋ, ਤੁਸੀਂ ਲੁੱਕ ਕੇ ਕਦੀ ਵਿਧਾਨ ਸਭਾ ਕਹਿ ਕੇ ਪੰਜਾਬ ਭਵਨ ਚਲੇ ਜਾਂਦੇ ਹੋ, ਉੱਥੇ ਇੰਟਰਵਿਊ ਕਰੋ। ਤੁਹਾਡੇ ਜੇ ਸੱਚਾਈ ਹੈ, ਜੇ ਕਿ ਤੁਹਾਡੇ ਸੱਚਾਈ ਹੈ, ਸਾਹਮਣੇ ਬਹਿ ਕੇ ਸਾਡੇ ਡਿਬੇਟ ਕਿਉਂ ਨਹੀਂ ਕਰਦੇ? ਤੁਸੀਂ ਸਾਡੇ ਮੂਹਰੇ ਬੈਠੋ। ਇੱਕ ਢਾਡਾ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਕਿ ਬੈਂਸ ਸਾਹਿਬ ਦਾ ਕੇਸ ਨਹੀਂ ਦਰਜ ਹੋ ਰਿਹਾ, ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜੇ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਜੀ ਉਹਨਾਂ ਦਾ ਹੱਥ ਆ। ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਕਹਿੰਦੇ ਕਿ ਬੈਂਸ ਸਾਹਿਬ ਕਿਤੇ ਨਾ ਕਿਤੇ ਕੱਲ ਨੂੰ ਕਾਂਗਰਸ ਵਿੱਚ ਵੀ ਆ ਸਕਦੇ ਨੇ। ਕਿੰਨੀ ਕੁ ਸੱਚਾਈ ਹੈ? ਦੇਖੋ ਜੀ, ਢਾਂਡਾ ਸਾਹਿਬ ਨੇ ਲੜਨੀ ਇਲੈਕਸ਼ਨ ਆਸ਼ੂ ਦੇ ਮੂਹਰੇ, ਅਕਾਲੀ ਦਲ ਤੇ ਬੀਜੇਪੀ ਹੋ ਗਿਆ ਅਲੱਗ। ਹੁਣ ਕੀ ਹੈ, ਹੁਣ ਸਿਆਸੀ ਜ਼ਮੀਨ ਖਤਮ ਹੋ ਗਈ। ਲੋਕੀ ਇਹਨਾਂ ਨੂੰ ਪਸੰਦ ਨਹੀਂ ਕਰਦੇ, ਨਾ ਇਹਨਾਂ ਨੂੰ ਕੋਈ ਆਪਦੇ ਘਰੇ ਵੜੇ। ਇਹਨਾਂ ਨੂੰ ਪਤਾ ਇਹਨਾਂ ਨੇ ਜਾਂ ਠੱਗੀਆਂ ਚੋਰੀਆਂ ਲੋਕਾਂ ਨਾਲ ਮਾਰੀਆਂ, ਇਹਨਾਂ ਦੇ ਘਰੇ ਇਹਨਾਂ ਨੂੰ ਵਾੜੂਗਾ ਕੌਣ? ਸੋ ਹੁਣ ਇਹ ਗੱਲਾਂ ਕਰਕੇ ਫਰੇਮ ਆਊਟ ਕਰਕੇ, ਕਦੀ ਆਸ਼ੂ ਜੀ ਦੇ ਮਿੱਤਰ ਨੇ ਜੀ, ਕਦੀ ਆਸ਼ੂ ਜੀ ਇਹ ਸਰਕਾਰ ਨਾਲ ਸੈਟਿੰਗ ਹੋ ਗਈ ਜੀ। ਉਹ ਯਾਰ ਸਰਕਾਰ ਨਾਲ ਸੈਟਿੰਗ ਹੋਇਆ ਹੋਵੇ ਤਾਂ ਪਿਛਲੇ ਮਹੀਨੇ ਸਾਡੇ ਤੇ ਪਰਚੇ ਹੋਏ ਆ ਕਿ ਕੋਵਿਡ ਦੇ ਕਿਉਂ ਹੋਏ ਭਾਈ? ਆਏ ਦਿਨ ਇੱਕ ਹਫ਼ਤੇ ਦੇ ਵਿੱਚ ਸਾਡੇ ਤੇ 7 ਪਰਚੇ ਮੇਰੇ ਤੇ ਹੋਏ ਆ, ਥੋੜੇ ਲੁਧਿਆਣੇ ਦੇ ਸੀਪੀ ਸਾਹਿਬ ਨੇ ਕੀਤੇ ਆ। ਤੇ ਕਿਵੇਂ ਹੋ ਗਏ? ਸਾਡੀ ਸੈਟਿੰਗ ਹੋਵੇ। 5.5 ਮਹੀਨੇ ਹੋ ਜਾਂਦੇ ਇੱਕ ਲੇਡੀਜ਼ ਨੂੰ ਬੈਠੇ ਨੂੰ, ਕਿਤੇ ਨਾ ਕਿਤੇ ਵੀ ਕਿਤੇ ਸ਼ੰਕਾ ਦੇ ਦਾਇਰੇ ਚ ਕਿ ਜੇ ਬੈਂਸ ਸਾਹਿਬ ਦੇ ਉੱਤੇ ਐਲੀਗੇਸ਼ਨ ਲੱਗ ਰਿਹਾ 5.5 ਮਹੀਨੇ ਤੋਂ ਕਲੀਅਰ ਕਿਉਂ ਨਹੀਂ ਹੋ ਪਾ ਰਹੇ? ਕਿਉਂਕਿ 5.5 ਮਹੀਨੇ ਹੋ ਗਏ ਕੇਸ। ਮੈਂ ਤੁਹਾਨੂੰ ਉਹਦੀ ਜਾਣਕਾਰੀ, ਇੱਕ ਆਪੋਜੀਸ਼ਨ ਦਾ ਐਮਐਲਏ, ਆਪੋਜੀਸ਼ਨ ਦੀ ਪਾਰਟੀ ਜਿਹਨੇ ਸਭ ਤੋਂ ਵੱਧ ਆਪੋਜੀਸ਼ਨ ਦੇ ਮੁੱਦੇ ਚੱਕੇ ਹੋਣ, ਜਿਹਨੇ ਸਭ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਮੁੱਦੇ ਚੱਕੇ ਹੋਣ। ਅਸੀਂ ਤਾਂ ਡਾਂਗਾ ਵੀ ਖਾ ਕੇ ਆਏ, ਪਟਿਆਲੇ ਜਾ ਕੇ ਮੇਰਾ ਹੱਥ ਸਾਰਾ ਫਟ ਗਿਆ ਸੀਗਾ, ਤੁਸੀਂ ਉਸ ਟਾਈਮ ਦੇਖਿਆ ਸੀ। ਤੇ ਸਾਡੀ ਇਹਨਾਂ ਨਾਲ ਸੈਟਿੰਗ ਹੁੰਦੀ ਤੇ ਸਾਡੇ ਉੱਤੇ ਚਿੱਤਰ ਪੈਂਦੇ। ਤੇ ਦੂਜੀ ਗੱਲ ਜਿਹੜੀ ਕਰਦੀ ਹੈ, ਇਹ ਪੁਲਿਸ ਦੀ ਹੈ ਕੰਮ, ਇਹ ਸਰਕਾਰ ਦਾ ਕੰਮ ਹੈ ਇਨਕੁਆਇਰੀ ਕਰਨਾ। ਇਹ ਕੋਈ ਅਸੀਂ ਲੋਕ ਇਨਸਾਫ ਪਾਰਟੀ ਨੇ ਇਨਕੁਆਇਰੀ ਨਹੀਂ ਕਰਨੀ ਹੈ, ਇਹ ਸਰਕਾਰ ਇਨਕੁਆਇਰੀ ਕਰ ਰਹੀ ਹੈ ਆਲਰੇਡੀ, ਜਾਂ ਪੁਲਿਸ ਕਰ ਰਹੀ ਆ। ਇਹ ਤਾਂ ਉਹਨਾਂ ਨੇ ਦੇਖਣਾ ਵੀ ਇਹਦਾ ਸੱਚ ਜਾਂ ਝੂਠ ਕੀ ਹੈਗਾ। ਪਰ ਸੱਚ ਜਾਂ ਝੂਠ ਜ਼ਿਆਦਾ ਦਿਨ ਨਹੀਂ ਲੁਕਿਆ ਰਹਿੰਦਾ। ਮੈਂ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦਾ, ਤੁਸੀਂ ਜਾਣਦੇ ਹੋ, ਤੁਹਾਨੂੰ ਅਧਿਕਾਰ ਹੈ, ਤੁਸੀਂ ਬਾਰ-ਬਾਰ ਜਾਂਦੇ ਹੋ, ਉਹਨਾਂ ਦੀ ਇੰਟਰਵਿਊ ਕਰੋ, ਪਰ ਉਹਨਾਂ ਕੋਲ ਤੱਥ ਤਾਂ ਦੇਵੇ ਨਾ। ਉਹ ਕਹਿੰਦੀ ਮੇਰੇ ਕੋਲ ਰਿਕਾਰਡਿੰਗ ਸਕਾ ਦਿਖਾਓ, ਕਿਹੜੀ ਰਿਕਾਰਡਿੰਗ ਹੈ ਤੁਹਾਡੇ ਕੋਲੇ? ਉਹ ਕਹਿੰਦੀ ਜੇ ਉਹਨਾਂ ਨੇ ਰੇਪ ਹੋਇਆ ਤਾਂ ਤੁਸੀਂ ਕਿਉਂ ਨਹੀਂ ਮੈਡੀਕਲ ਕਰਾਇਆ ਆਪਦਾ ਵੀ? ਤੁਸੀਂ 48 ਘੰਟੇ ਦੇ ਵਿੱਚ ਤੁਹਾਨੂੰ ਸਿਵਲ ਹਸਪੀਟਲ ਦੇ ਵਿੱਚ ਜਾਂ ਕਿਸੇ ਵਧੀਆ ਹਸਪੀਟਲ ਦੇ ਵਿੱਚ ਤੁਹਾਨੂੰ ਮੈਡੀਕਲ ਥੋੜਾ ਕਰਾਉਣਾ ਪੈਂਦਾ ਸੀ, ਤੇ ਕਿਉਂ ਨਹੀਂ ਤੁਸੀਂ ਮੈਡੀਕਲ ਕਰਾਇਆ? ਇਹ ਬਾਰ-ਬਾਰ ਰੌਲਾ ਪਾਉਂਦੇ, ਮੈਨੂੰ ਕਦੀ 1 ਕਰੋੜ ਦੀ ਆਫਰ ਆ ਗਈ ਜੀ, ਮੈਨੂੰ ਇੰਨੇ ਦੀ ਆਫਰ ਆ ਗਈ, ਮੇਰੇ ਕੋਲ ਰਿਕਾਰਡਿੰਗਸ ਹੈ ਜੀ। ਫਿਰ ਦਿਖਾਓ ਤਾਂ ਸਹੀ ਕਿਹੜੀ ਰਿਕਾਰਡਿੰਗ ਹੈ। ਆਪਸ 'ਚ ਬਹਿ ਕੇ ਤੁਸੀਂ 2 ਜਾਣੇ ਰਿਕਾਰਡਿੰਗਾਂ ਕਰਦੇ ਹੋ, ਤੇ ਜਦੋਂ ਪਤਾ ਲੱਗ ਜਾਂਦਾ ਵੀ ਲੋਕਾਂ ਨੂੰ ਹੁਣ ਪਤਾ ਲੱਗ ਜਾਣਾ ਵੀ ਯਾਰ ਆਵਾਜ਼ ਤਾਂ ਦੂਜੇ ਦੀ ਬੰਦੇ ਦੀ ਪਛਾਣ ਆ ਜਾਣੀ ਹੈ। ਸੋ ਇਹ ਸਭ ਝੂਠ ਤੂਫਾਨ। ਇਹ ਮੈਨੂੰ ਬੜੀ ਹੈਰਾਨੀ ਆ ਜਿਹੜੀ ਉਹ ਸਕਾਰਿਓ ਸਾਡੀ ਭੈਣ। इसी दौरान अकाली दल के नेता हरीश राय ढांडा ने कहा कि उनके ऊपर लगाए गए इल्जाम बिल्कुल सही हैं, लेकिन जो लोग इंसाफ पार्टी के इन नेताओं द्वारा मामला दर्ज करवाया गया है, कहा कि विधायक बैस व मंत्री आशू ने के कहने पर ये मामला दर्ज हुआ है। उन्होंने कहा कि उनकी एक फर्म है जिसके जरिए गया माल की सप्लाई को एक स्टेट से दूसरी स्टेट में लेकर जाते हैं और रास्ते में ट्रक का माल चोरी हो जाने के चलते ना पहुंचने पर उनके खिलाफ मामला दर्ज हुआ है। उन्होंने कहा कि फिलहाल राजस्थान पुलिस द्वारा माल को रिकवर कर लिया गया है और उसकी एक एफआईआर की कॉपी भी बरनाला पुलिस को दे दी गई है, लेकिन बावजूद इसके मामला दर्ज कर गलत इल्जाम लगाए जा रहे हैं। और इस दौरान विधायक बैस व मंत्री आशू पर खूब बरसते हुए नजर आए। 5 न्यूज लुधियाना से विपिन कुमार की रिपोर्ट। 118 ਨੰਬਰ ਐਫਆਈਆਰ ਤੁਹਾਡੇ ਬਰਨਾਲੇ ਦੇ ਵਿੱਚ ਹੋਈ, 2 ਭਰਾ ਕਹਿ ਰਹੇ ਨੇ। ਬਹੁਤ ਲੇਟ ਕਰਤੀ ਇਹਨਾਂ ਨੇ। ਇਹ ਐਫਆਈਆਰ ਤਾਂ 5 ਅਪ੍ਰੈਲ ਦੀ ਹੋਈ ਹੈ। ਇਹਨਾਂ ਨੇ ਆਸ਼ੂ ਨਾਲ ਮਿਲ ਕੇ ਮੇਰੇ ਤੇ ਕਰਵਾਈ ਹੋਈ ਹੈ। ਮੈਂ ਤਾਂ ਬਹੁਤ ਦੇਰ ਦਾ ਉਡੀਕਦਾ ਸੀ ਕਿ ਮੇਰੇ ਤੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਹਨਾਂ ਨੇ। ਇਹ ਦੇਖੋ, ਇਹ ਜਿਹੜਾ ਟਰਾਈਡੈਂਟ ਹੈ, ਟਰਾਈਡੈਂਟ ਕੋਲ ਮੇਰੇ ਪਰਿਵਾਰਿਕ ਇੱਕ ਫਰਮ ਹੈ ਜਿਹਦੇ 'ਚ ਮੈਂ ਸਲੀਪਿੰਗ ਪਾਰਟਨਰ ਹਾਂ ਔਰ ਟਰਾਂਸਪੋਰਟੇਸ਼ਨ ਕਰਦੇ ਹਾਂ ਟਰਾਈਡੈਂਟ ਦੇ ਮਾਲ ਦੀ ਪਿਛਲੇ 5 ਸਾਲ। ਉਹਦੇ 'ਚੋਂ 4 ਟਰੱਕ 9 ਤਰੀਕ ਨੂੰ ਮੁੰਦਰਾ ਲਈ ਗਏ ਸੀ, ਜਿਹਦੇ 'ਚੋਂ ਇੱਕ ਟਰੱਕ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦਾ ਹੈ ਜਿਹਨੂੰ ਰਾਹ 'ਚ ਗੁਜਰਾਤ 'ਚ ਲੁੱਟ ਲਿਆ ਗਿਆ। ਲੁੱਟਣ ਦੀ ਇਤਲਾਹ ਇਹਨਾਂ ਨੂੰ ਦਿੱਤੀ ਗਈ ਉਸ ਸਾਡੀ ਫਰਮ ਦੇ ਮੈਨੇਜਿੰਗ ਪਾਰਟਨਰ ਵੱਲੋਂ। ਉਹਦੇ ਬਾਅਦ ਇਹਨਾਂ ਦੇ ਬੰਦੇ ਨਾਲ ਗਏ ਮੌਕੇ ਤੇ ਗੁਜਰਾਤ। ਉੱਥੇ ਜਾ ਕੇ 16 ਤਰੀਕ ਨੂੰ ਬਾਕਾਇਦਾ ਪੁਲਿਸ ਨੂੰ ਮਿਲ ਕੇ ਆਏ, ਰਲ ਕੇ ਲਿਖ ਕੇ ਐਫਆਈਆਰ ਲਈ ਕੰਪਲੇਂਟ ਦੇ ਕੇ ਆਏ। ਪੁਲਿਸ ਕੇਸ ਨਹੀਂ ਸੀ ਰਜਿਸਟਰ ਕਰਦੀ। ਆਖਰ ਕਾਫੀ ਜ਼ੋਰ ਦੇ ਨਾਲ ਕੇਸ ਰਜਿਸਟਰ 20 ਤਰੀਕ ਨੂੰ ਹੋਇਆ। ਉਸ 20 ਤਰੀਕ ਦੀ ਐਫਆਈਆਰ ਟਰਾਈਡੈਂਟ ਵਾਲਿਆਂ ਨੂੰ ਦਿੱਤੀ, ਐਸਐਸਪੀ ਬਰਨਾਲਾ ਨੂੰ ਦਿੱਤੀ। ਉਹਦੇ ਬਾਅਦ 23 ਤਰੀਕ ਨੂੰ ਮਾਲ ਦੀ ਰਿਕਵਰੀ ਹੋ ਗਈ ਸਾਰੇ ਦੀ, ਚੋਰਾਂ ਕੋਲੋਂ ਜਿਨ੍ਹਾਂ ਨੇ ਲੁੱਟਿਆ ਸੀ, ਜਿਹਦੇ 'ਚ ਬਹੁਤ ਮਿਹਨਤ ਸਾਡੇ ਫਰਮ ਦੇ ਮੁਲਾਜ਼ਮਾਂ ਨੇ ਕੀਤੀ। ਉਹ ਸਾਰੀ ਰਿਕਵਰੀ ਹੋਣ ਦੇ ਬਾਵਜੂਦ ਇਹ ਜਿਹੜਾ ਰਜਿੰਦਰ ਗੁਪਤਾ ਹੈ, ਜਿਹੜਾ ਟਰਾਈਡੈਂਟ ਦਾ ਮੈਨੇਜਿੰਗ ਡਾਇਰੈਕਟਰ ਹੈ, ਇਹ ਪੰਜਾਬ ਸਰਕਾਰ 'ਚ ਕੈਬਨਿਟ ਰੈਂਕ ਹੈ, ਆਸ਼ੂ ਨਾਲ ਇਹਦੀ ਮਿੱਤਰਤਾ ਹੈ, ਆਸ਼ੂ ਦੇ ਨਾਲ ਰਲ ਕੇ ਕ੍ਰਿਕਟ ਮੈਚ ਇਹ ਕਰਾਉਂਦਾ ਹੈ, ਕਿੱਟਾਂ ਦਿੰਦਾ ਹੈ। ਉਹ
ਤੇ ਜਿਹੜਾ ਸੰਦੀਪ ਗੋਇਲ ਐਸਐਸਪੀ ਹੈ ਉਹ ਜੱਗ ਜ਼ਾਹਰ ਹੈ ਕਿ ਆਸ਼ੂ ਦਾ ਪਰਿਵਾਰਿਕ ਫਰੈਂਡ ਹੈ। ਇਹ ਭਾਰਤ ਭੂਸ਼ਣ ਆਸ਼ੂ ਦਾ, ਇਹਦੀ ਡੈਰੀ ਬਾਹਰ ਬੈਠਾ ਅਕਸਰ ਆਸ਼ੂ ਤੇ ਆਸ਼ੂ ਦੇ ਨਾਲ ਦੇ ਸਾਥੀਆਂ ਨਾਲ ਤਾਸ਼ ਖੇਡਦਾ ਪਾਇਆ ਜਾਂਦਾ ਸੀ। ਤੇ ਹੋਰ ਬੜੀਆਂ ਗੱਲਾਂ ਜਿਹੜੀਆਂ ਮੈਂ ਇਸ ਅਫਸਰ ਬਾਰੇ ਵਿਆਖਿਆ ਸਮੇਂ ਆਏ ਤੇ ਕਰੂੰਗਾ। ਇਹ ਅਫਸਰ ਜਦ ਦਾ ਐਸਐਸਪੀ ਬਰਨਾਲੇ ਲੱਗਿਆ ਉਦੋਂ ਦਾ ਟਰਾਈਡੈਂਟ ਦੇ ਰੈਸਟ ਹਾਊਸ ਦੇ ਵਿੱਚ ਰਹਿੰਦਾ ਹੈ। ਟਰਾਈਡੈਂਟ ਵਾਲੇ ਇਹਨੂੰ ਰੋਟੀ ਪਾਣੀ ਸੇਵਾ ਇਹਦੀ ਕਰਦੇ ਆ। ਇਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਬੈਂਸ ਨਾਲ ਰਲ ਕੇ ਇੱਕ ਝੂਠਾ ਪਰਚਾ ਦੇ ਬਾਵਜੂਦ ਕੀਤਾ, ਜਦ ਕਿ ਇਹਨਾਂ ਨੂੰ ਪਤਾ ਹੈ ਕਿ ਹਾਈਵੇ ਰੋਬਰੀ ਹੋ ਚੁੱਕੀ ਹੈ ਤੇ ਉਹ ਮਾਲ ਰਿਕਵਰ ਹੋ ਚੁੱਕਾ ਹੈ, ਅਸਲੀ ਚੋਰ ਫੜੇ ਜਾ ਚੁੱਕੇ हैं। ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਬੈਂਸ ਸਾਹਿਬ ਤੁਹਾਡੇ ਫੀਲੇ ਛੱਡੇ ਹੋਏ ਆ ਨਾ, ਜਿਹੜੇ ਤੁਸੀਂ ਜਿਨ੍ਹਾਂ ਨੂੰ ਅੱਗੇ ਕਰਦੇ ਹੋ, ਆਪ ਲੁੱਕ ਕੇ ਪਿੱਛੇ ਰਹਿੰਦੇ ਹੋ, ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਤੋਂ ਮੈਂ ਡਰਨ ਵਾਲਾ ਨਹੀਂ ਹੈ। ਨਾ ਮੈਂ ਡਰੂੰਗਾ ਨਾ ਮੈਂ ਦਬੂੰਗਾ। ਮੈਂ ਓਪਨ ਚੈਲੰਜ ਕਰਦਾ ਹਾਂ ਕਿ ਆਸ਼ੂ ਨੂੰ ਕਹੋ, ਮਿਲੋ ਆਸ਼ੂ ਕੋਲ ਜਾ ਕੇ ਕਿ ਮੈਨੂੰ ਇਸ ਕੇਸ ਗ੍ਰਿਫਤਾਰ ਕਿਉਂ ਨਹੀਂ ਕੀਤਾ। ਜੇ ਹਿੰਮਤ ਹੈ ਤਾਂ ਆ ਕੇ ਗ੍ਰਿਫਤਾਰ ਕਰਨ ਮੈਨੂੰ। ਮੈਂ ਹੋਰ ਚੈਲੰਜ ਕਰਦਾ ਇਹਨਾਂ ਨੂੰ ਕਿ ਨਾ ਮੈਂ ਡਰੂੰਗਾ ਨਾ ਮੈਂ ਡਰ ਸਕਦਾ, ਨਾ ਤੁਸੀਂ ਮੈਨੂੰ ਡਰਾ ਸਕਦੇ ਹੋ। ਤੁਸੀਂ ਪਰਸੋਂ ਵੀ ਕਚਹਿਰੀ ਦੇ ਵਿੱਚ 25 ਬੰਦੇ ਮੈਨੂੰ ਡਰਾਉਣ ਲਈ ਭੇਜੇ ਸੀ, ਮੈਂ ਖੌਫ ਨਹੀਂ ਖਾਂਦਾ। ਮੈਨੂੰ ਕਿਸੇ ਕਿਸਮ ਦਾ ਖੌਫ ਨਹੀਂ। ਤੁਸੀਂ ਮੈਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਮੈਂ ਉਹਦੇ ਤੋਂ ਵੀ ਖੌਫ ਨਹੀਂ ਖਾਂਦਾ। ਕਮਿਸ਼ਨਰ ਪੁਲਿਸ ਨੂੰ ਵੀ ਕਹਿ ਦਿੰਦਾ ਕਿ ਤੂੰ ਜਿੰਨੀ ਮਰਜ਼ੀ ਕੁਤਾਈ ਕਰ ਲੈ, ਤੂੰ ਜਿੰਨਾ ਮਰਜ਼ੀ ਇਹਨਾਂ ਦੇ ਦਬਾਅ ਦੇ ਵਿੱਚ ਆਸ਼ੂ ਦੇ ਵਿੱਚ ਆ ਜਾ, ਅੰਤ ਕਾਨੂੰਨ ਦੀ ਜਿੱਤ ਹੋਊਗੀ। ਤੇ ਜੇ ਇੱਕ ਗਰੀਬ ਮਜਲੂਮ ਔਰਤ ਜਿਹਦੇ ਨਾਲ ਗੁਨਾਹ ਕੀਤਾ ਗਿਆ ਹੈ, ਉਹਦੇ ਨਾਲ ਜੇ ਸਾਰੀ ਦੁਨੀਆ ਝੇਪ ਖਾਂਦੀ ਹੈ, ਇਹ ਬੈਂਸਾਂ ਦੀ ਬਦਮਾਸ਼ੀ ਤੋਂ ਡਰਦੀ ਹੈ, ਮੈਂ ਝੇਪ ਨਹੀਂ ਖਾਂਦਾ। ਉਹਦਾ ਮੈਂ ਕੇਸ ਐਂਡ ਤੱਕ ਲੜੂੰਗਾ। ਤੁਸੀਂ ਇਸ ਕੇਸ ਰਜਿਸਟਰ ਕਰਨ ਨਾਲ ਨਾ ਆ ਝੂਠੇ ਜਿਹੇ ਕੇਸਾਂ ਨਾਲ ਮੈਨੂੰ ਡਰਾ ਨਹੀਂ ਸਕਦੇ। ਮੈਂ ਜਿਹੜੇ ਤੁਹਾਡੇ ਬੰਦੇ ਬੁਲਾਰੇ ਬੋਲਦੇ ਆ ਉਹਨਾਂ ਨੂੰ ਪੁੱਛੂੰਗਾ ਕਿ ਤੁਹਾਡੇ ਤੇ ਕਿੰਨੇ ਕੇਸ ਆਉਣਾ ਬਾਰੇ ਦੱਸਣ। ਇਹ ਵੀ ਦੱਸਣ ਕਿ ਜਿਹੜੇ ਤੁਹਾਡੇ ਤੇ ਕੇਸ ਹੈ, ਲੇਡੀ ਪੁਲਿਸ ਨੇ ਤੁਹਾਡੇ ਤੇ ਕੀ ਇਲਜ਼ਾਮ ਲਾਏ ਆ ਉਹਨਾਂ ਦੇ ਵਿੱਚ, ਉਹ ਵੀ ਦੱਸਣ। ਇਹ ਵੀ ਦੱਸਣ ਕਿ ਤੁਸੀਂ ਬੇਲ ਰਿਜੈਕਟ ਹੋਣ ਦੇ ਬਾਵਜੂਦ ਖੁੱਲੇ ਕਿਉਂ ਫਿਰਦੇ ਹੋ, ਕਿਉਂ ਕਾਂਗਰਸ ਨੇ ਤੁਹਾਨੂੰ ਪਾਲਿਆ ਹੋਇਆ ਹੈ, ਇਹ ਵੀ ਦੱਸੋ। ਤੇ ਤੁਸੀਂ ਮੇਰੇ ਤੇ ਕਹਿੰਦੇ ਹੋ ਕਿ ਮੈਨੂੰ ਇਲੈਕਸ਼ਨ ਲੜਨ ਦੀ ਖੁਆਇਸ਼ ਹੈ, ਮੈਂ ਇਸ ਕਰਕੇ ਕਰਦਾ। ਲਾਹਨਤ ਹੈ ਤੁਹਾਡੇ ਤੇ। ਮੈਂ ਆਪਣਾ ਧਰਮ ਨਿਭਾ ਰਿਹਾ, ਜੋ ਬਾਣੀ 'ਚ ਲਿਖਿਆ ਹੈ ਉਹ ਕਰ ਰਿਹਾ। ਜੇ ਕਿਸੇ ਨਾਲ ਧੱਕਾ ਹੋਊਗਾ ਉਹਦੇ ਨਾਲ ਹਰੀਸ਼ ਟਾਂਡਾ ਲੜੂਗਾ, ਡਟ ਕੇ ਲੜੂਗਾ। ਉਦੋਂ ਤੱਕ ਲੜੂਗਾ ਜਦ ਤੱਕ ਤੁਹਾਨੂੰ ਤੁਹਾਡੇ ਕਾਰੇ ਦੀ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਲੜੂਗਾ, ਡਰਦਾ ਨਹੀਂ। ਜਿਹੜਾ ਬਾਕੀ ਮੈਂ ਪ੍ਰੈਸ ਕਾਨਫਰੰਸ ਕੱਲ ਕਰਕੇ ਇਹਨਾਂ ਦੇ ਹੋਰ ਪਰਚੇ ਖੋਲੂੰਗਾ। ਇਹ ਵੀ ਦੱਸ ਦੇਣਾ ਚਾਹੁੰਦਾ, ਲਾ ਲਓ ਜਿੰਨੇ ਇਲਜ਼ਾਮ। ਤੁਸੀਂ ਤਾਂ ਮੇਰੇ ਤੇ ਰੇਪ ਦਾ ਵੀ ਇਲਜ਼ਾਮ ਲਾਇਆ ਸੀ, ਕਿੱਥੇ ਹੋ FIR? ਤੁਸੀਂ ਮੇਰੇ ਤੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਮੈਨੂੰ ਸਜ਼ਾ ਹੋਈ ਹੈ ਰੇਪ ਕੇਸ, ਕਿੱਥੇ ਆ ਸਜ਼ਾ ਦੇ ਆਰਡਰ? ਤੁਸੀਂ ਮੈਨੂੰ ਇਹ ਵੀ ਕਿਹਾ ਸੀ ਮੈਂ ਆਪਣੇ ਆਪ ਨੂੰ ਬਚਾ ਲਿਆ, ਕਿੱਥੇ ਆ ਉਹ? ਤੁਸੀਂ ਮੈਨੂੰ ਇਹ ਵੀ ਕਿਹਾ ਸੀ ਕਿ ਇੱਕ ਵਕੀਲ ਦੀ ਘਰਵਾਲੀ ਨਾਲ ਮੇਰੇ ਨਜਾਇਜ਼ ਸੰਬੰਧ ਹੈ। ਇਹ ਸਾਰੀਆਂ ਗੱਲਾਂ ਦਾ ਹਿਸਾਬ ਗਿਣ ਕੇ ਵਿਦ ਵਿਆਜ ਲਊਂਗਾ ਤੁਹਾਡੇ ਤੋਂ। ਬੈਂਸ ਸਾਹਿਬ ਤਿਆਰੀ ਕਰੋ, ਤਿਆਰੀ। ਐਂਡ ਤੁਸੀਂ ਕਹਿੰਦੇ ਹੋ ਮੈਨੂੰ ਇਲੈਕਸ਼ਨ ਲੜਨ ਦੀ ਲਾਲਸਾ ਹੈ, ਬੈਸਟ। ਮੇਰੀ ਇਲੈਕਸ਼ਨ ਛੱਡ, ਤੇਰੀ ਇਲੈਕਸ਼ਨ ਦੇਖੋ ਤੂੰ ਕਿਵੇਂ ਜਿੱਤਣਾ। ਸਮਾਂ ਇਹੀ ਕਰ ਦੇਵੇ ਪੂਰਾ।